ਤੁਹਾਡਾ ਫਿਰ ਤੋਂ ਸਵਾਗਤ ਹੈ। ਇਸ ਲਈ ਇਹ ਲੈਕਚਰ ਨੰਬਰ 31 ਹੈ ਅਤੇ ਅੱਜ ਅਸੀਂ ਦੁਬਾਰਾ ਇਸ ਡਬਲ ਇੰਟੀਗਰਲ ਨਾਲ ਪਰ ਖਾਸ ਤੌਰ ਤੇ ਇਹ ਪੋਲਰ ਫਾਰਮ ਕੰਟੀਨਿਊ ਕਰਾਂਗੇ। ਇਸ ਲਈ ਪੋਲਰ ਫਾਰਮ ਵਿੱਚ ਡਬਲ ਇੰਟੀਗਰਲ ਬਹੁਤ ਉਪਯੋਗੀ ਹੁੰਦੇ ਹਨ। ਅਸੀਂ ਕਈ ਉਦਾਹਰਨਾਂ ਦੀ ਮਦਦ ਨਾਲ ਵੇਖਦੇ ਹਾਂ ਕਿ ਜੇਕਰ ਅਸੀਂ ਇੰਟੀਗਰੈਂਡ ਅਤੇ ਕੋਰੈਸਪੋਂਡਿੰਗ ਲਿਮਿਟਸ ਨੂੰ ਪੋਲਰ ਫਾਰਮ ਵਿੱਚ ਕਨਵਰਟ ਕਰਦੇ ਹਾਂ ਤਾਂ ਇਸ ਇੰਟੀਗਰਲ ਦਾ ਮੁਲਾਂਕਣ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ। ਇਸ ਲਈ ਇਹਨਾਂ ਸਥਿਤੀਆਂ ਨੂੰ ਅਸੀਂ ਪੋਲਰ ਫਾਰਮ ਲਈ ਵਿਚਾਰਾਂਗੇ। ਜਦੋਂ ਸਾਡੇ ਕੋਲ ਉਦਾਹਰਣ ਲਈ ਡੋਮੇਨ ਹੈ ਜਿਸ ਨੂੰ ਪੋਲਰ ਫਾਰਮ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਤਾਂ ਸਾਡੇ ਕੋਲ ਉਦਾਹਰਣ ਲਈ ਸਰਕੂਲਰ ਡੋਮੇਨ ਹੈ। ਜਾਂ ਸਾਡੇ ਕੋਲ ਕੁਝ ਹੋਰ ਡੋਮੇਨ ਹੈ ਜਿੱਥੇ ਇਸ ਵੇਰੀਏਬਲ ਦੀ ਟਰਮਜ਼ ਵਿੱਚ ਬਾਉਂਡਰੀਆਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਉਹਨਾਂ ਮਾਮਲਿਆਂ ਵਿੱਚ ਇੱਥੇ r ਅਤੇ ਥੀਟਾ ਹੈ। ਅਸੀਂ ਆਸਾਨੀ ਨਾਲ ਇੰਟੀਗਰਲ ਨੂੰ ਪੋਲਰ ਫਾਰਮ ਜਾਂ ਇੰਟੀਗਰੈਂਡ ਨੂੰ ਆਪਣੇ ਆਪ ਵਿੱਚ ਬਦਲਣ ਬਾਰੇ ਸੋਚ ਸਕਦੇ ਹਾਂ ਤਾਂ ਜਦੋਂ ਅਸੀਂ ਇੰਟੀਗਰਲ ਵਿੱਚ x² + y² ਫਾਰਮ ਨੂੰ ਦੇਖਦੇ ਹਾਂ ਅਤੇ ਫਿਰ ਦੁਬਾਰਾ ਕਿਉਂਕਿ ਅਸੀਂ ਕਾਰਟੀਜ਼ੀਅਨ ਤੋਂ ਪੋਲਰ ਫਾਰਮ ਵਿੱਚ ਜਾਣਦੇ ਹਾਂ ਕਿ x r cos ਥੀਟਾ ਅਤੇ y r sin ਥੀਟਾ ਦੇ ਇਕੁਅਲ ਹੁੰਦਾ ਹੈ। ਇਸ ਲਈ ਇਹ x² + y² r² ਬਣ ਜਾਂਦਾ ਹੈ। ਇਸ ਲਈ ਇੰਟੀਗਰਲ ਦੇ ਇੰਟੀਗਰੈਂਡ ਦੇ ਨਾਲ ਇੰਟੀਗਰੇਸ਼ਨ ਦੇ ਡੋਮੇਨ ਦੇ ਆਧਾਰ ਤੇ ਇਹ ਵੀ ਕਈ ਮਾਮਲਿਆਂ ਵਿੱਚ ਸਰਲ ਬਣ ਜਾਂਦਾ ਹੈ। ਅਸੀਂ ਇਹ ਫੈਸਲਾ ਕਰਾਂਗੇ ਕਿ ਪੋਲਰ ਫਾਰਮ ਲਈ ਜਾਣਾ ਬਿਹਤਰ ਹੈ। ਇਸ ਲਈ ਆਓ ਹੁਣ ਚਰਚਾ ਕਰੀਏ ਤਾਂ ਮੰਨ ਲਓ ਕਿ ਸਾਡੇ ਕੋਲ ਇੱਥੇ ਸਥਿਤੀ ਹੈ ਕਿ ਡੋਮੇਨ ਇਸ ਕਰਵ ਨਾਲ ਬਾਉਂਡਡ ਹੈ। ਇਹ r2 ਥੀਟਾ ਹੈ। ਇਹ ਥੀਟਾ ਦਾ ਇਹ ਫੰਕਸ਼ਨ ਹੈ ਅਤੇ ਇੱਕ ਹੋਰ ਕਰਵ ਜੋ ਥੀਟਾ ਦਾ ਇੱਕ ਫੰਕਸ਼ਨ ਹੈ। ਇਸ ਲਈ ਅਸੀਂ ਇੱਥੇ ਪੋਲਰ ਕੋਆਰਡੀਨੇਟ ਬਾਰੇ ਗੱਲ ਕਰ ਰਹੇ ਹਾਂ। ਇਸ ਲਈ origin ਤੋਂ ਇਸ ਪੁਆਇੰਟ ਤੱਕ ਦੀ ਡਿਸਟੈਂਸ r ਹੋਵੇਗੀ ਅਤੇ ਇਸ ਥੀਟਾ ਤੋਂ ਐਂਗਲ ਇਕੁਅਲ ਹੈ 0 ਥੀਟਾ ਹੋਵੇਗਾ। ਇਸ ਲਈ ਉਸ ਸਥਿਤੀ ਵਿੱਚ ਜਦੋਂ ਵੀ ਡੋਮੇਨ ਇੱਥੇ r1 ਥੀਟਾ ਅਤੇ r2 ਥੀਟਾ ਇਹਨਾਂ ਦੋ ਕਰਵ ਦੁਆਰਾ ਬਾਉਂਡਡ ਹੋ ਜਾਂਦਾ ਹੈ ਤਾਂ ਅਸੀਂ ਅਸਲ ਵਿੱਚ ਪੋਲਰ ਕੋਆਰਡੀਨੇਟਸ ਦੀ ਮਦਦ ਨਾਲ ਆਸਾਨੀ ਨਾਲ ਇੰਟੀਗਰੇਸ਼ਨ ਕਰ ਸਕਦੇ ਹਾਂ। ਕਿਉਂਕਿ ਇੱਥੇ ਇਸ ਡੋਮੇਨ ਲਈ ਲਿਮਿਟਸ ਦਾ ਮੁਲਾਂਕਣ ਕਰਨਾ ਆਸਾਨ ਹੈ ਕਿਉਂਕਿ ਇੱਥੇ r ਦੀ ਦਿਸ਼ਾ ਵਿੱਚ ਇਸ r1 ਥੀਟਾ ਤੋਂ ਡੋਮੇਨ ਵਿੱਚ ਦਾਖਲ ਹੋ ਰਿਹਾ ਹੈ ਅਤੇ ਇਸ ਡੋਮੇਨ ਨੂੰ r2 ਥੀਟਾ ਤੋਂ ਮੌਜੂਦ ਹੈ। ਇਸ ਲਈ ਉਸ ਸਥਿਤੀ ਵਿੱਚ ਅਤੇ ਐਂਗਲ ਥੀਟਾ ਲਈ ਵੀ ਸਾਡੇ ਕੋਲ ਉਹ ਥੀਟਾ ਜਾ ਰਿਹਾ ਹੈ ਇਸ ਅਲਫਾ ਐਂਗਲ ਤੋਂ ਤਾਂ ਇਹ ਥੀਟਾ ਅਲਫਾ ਐਂਗਲ ਦੇ ਇਕੁਅਲ ਹੈ ਅਤੇ 2 ਥੀਟਾ ਬੀਟਾ ਐਂਗਲ ਦੇ ਇਕੁਅਲ ਹੈ। ਅਸੀਂ ਇਸ ਡੋਮੇਨ ਨੂੰ ਪੋਲਰ ਕੋਆਰਡੀਨੇਟ ਦੀ ਮਦਦ ਨਾਲ ਆਸਾਨੀ ਨਾਲ ਕਵਰ ਕਰ ਸਕਦੇ ਹਾਂ ਪਰ ਜੇਕਰ ਅਸੀਂ ਕਾਰਟੀਜ਼ੀਅਨ ਰੂਪ ਵਿੱਚ ਡਿਸਕ੍ਰੀਟਾਈਜ਼ ਕਰਦੇ ਹਾਂ ਤਾਂ ਉਹਨਾਂ ਨੂੰ ਇਸ ਡੋਮੇਨ ਨੂੰ ਕਵਰ ਕਰਨ ਵਿੱਚ ਬਹੁਤ ਮੁਸ਼ਕਲਾਂ ਆਉਣਗੀਆਂ ਕਿਉਂਕਿ ਇਸ ਵਿੱਚ ਇਹ ਕਰਵ ਹੈ ਜਿਸ ਦਾ ਵਰਣਨ r2 ਥੀਟਾ ਅਤੇ ਇੱਥੇ r1 ਥੀਟਾ ਦੁਆਰਾ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ। ਇਸ ਲਈ ਹੁਣ ਜਦੋਂ ਸਾਡੇ ਕੋਲ ਇਹ ਪੋਲਰ ਕੋਆਰਡੀਨੇਟ ਹੁੰਦਾ ਹੈ ਤਾਂ ਇੰਟੀਗਰਲ ਕਿਵੇਂ ਰੂਪ ਲੈ ਲਵੇਗਾ ਤਾਂ ਮੰਨ ਲਓ ਕਿ ਅਸੀਂ ਇਸ ਡੋਮੇਨ ਨੂੰ ਕਾਰਟੀਜ਼ੀਅਨ ਦੀ ਤਰ੍ਹਾਂ ਸਿਮਿਲਰ ਛੋਟੇ ਸੈੱਲਜ਼ ਵਿੱਚ ਡਿਸਕ੍ਰੀਟਾਈਜ਼ ਕਰਦੇ ਹਾਂ ਅਤੇ ਆਓ ਕੰਸੀਡਰ ਕਰਦੇ ਹਾਂ ਉਦਾਹਰਣ ਲਈ ਇੱਥੇ ਇਹ ਸੈੱਲ ਜਿਸ ਨੂੰ ਅਸੀਂ ਡੈਲਟਾ ai ਕਹਿ ਰਹੇ ਹਾਂ। ਇਸ ਲਈ ਇਸ ਸੈੱਲ ਲਈ ਸਾਡੇ ਕੋਲ ਇੱਥੇ ਤੋਂ ਇਸ ਬਿੰਦੂ ਜਾਂ ਇਸ ਲਾਈਨ ਤੇ ਕਿਸੇ ਵੀ ਪੁਆਇੰਟ ਤੱਕ ਦਾ ਰੇਡੀਅਸ ਹੈ। ਇੱਥੇ ri ਹੈ। ਇਸ ਲਈ origin ਤੋਂ ਇਸ ਤੱਕ ਦਾ ਡਿਸਟੈਂਸ ri ਹੈ ਅਤੇ ਫਿਰ ਅਸੀਂ ਇਸ ਤੋਂ ਇਸ ਪੁਆਇੰਟ ਤੱਕ ਦੂਸਰੇ ਰੇਡੀਅਸ ਤੱਕ ਪਹੁੰਚਣ ਲਈ ਇੱਥੇ ri ਵਿੱਚ ri + ਡੈਲਟਾ ri ਦਾ ਇੰਕਰੀਮੈਂਟ ਕਰਦੇ ਹਾਂ ਅਤੇ ਇਸੇ ਤਰ੍ਹਾਂ ਜਿਸ ਐਂਗਲ ਨੂੰ ਅਸੀਂ ਇੱਥੇ ਤੋਂ ਇੱਥੋਂ ਤੱਕ ਜਾਣ ਲਈ ਟਰੇਸ ਕਰਦੇ ਹਾਂ ਉਸ ਨੂੰ ਡੈਲਟਾ ਥੀਟਾ ਦੁਆਰਾ ਦਰਸਾਇਆ ਜਾਂਦਾ ਹੈ। ਇਸ ਲਈ ਸਾਡੇ ਕੋਲ ਡੈਲਟਾ ਥੀਟਾ ਐਂਗਲ ਹੈ ਅਤੇ ਫਿਰ ਇਹ ਰੇਡੀਅਸ ri ਤੋਂ ri + ਡੈਲਟਾ i ਹੈ। ਇਸ ਲਈ ਇੱਥੇ ਤੱਕ ਦਾ ਰੇਡੀਅਸ ri + ਡੈਲਟਾ ri ਹੋਵੇਗਾ। ਇਸ ਲਈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਦੁਬਾਰਾ ਸਾਨੂੰ ਇਹ ਵੀ ਜਾਣਨਾ ਹੋਵੇਗਾ ਕਿ ਇੱਕ ਵਾਰ ਸਾਡੇ ਕੋਲ ਇਹ ਸਰਕੂਲਰ ਆਰਕ ਹੈ ਜੋ ਇਸ ਕੋਣ ਤੇ ਹੈ ਮੰਨ ਲਓ ਥੀਟਾ ਭਾਗ ਇੱਥੇ ਜਾਂ ਕੋਣ ਥੀਟਾ ਬਣਾਉਂਦਾ ਹੈ। ਫਿਰ ਇਸ ਰੀਜਨ
ਦਾ ਏਰੀਆ ਪਾਈ ਬਾਏ ਥੀਟਾ ਬਾਏ 2 ਹੋਵੇਗਾ, ਇਸ ਲਈ ਐਂਗਲ ਥੀਟਾ ਥੀਟਾ ਬਾਏ 2 ਹੈ। ਅਤੇ ਇਹ ਰੇਡੀਅਸ r, ਇਸ ਲਈ ਰੇਡੀਅਸ r ਜੋ ਕਿ ਇਸ ਸਰਕੂਲਰ ਆਰਕ ਦੁਆਰਾ ਇੱਥੇ ਇਸ ਰੀਜਨ ਦਾ ਏਰੀਆ ਹੋਵੇਗਾ। ਅਤੇ ਜੋ ਇਸ ਪੁਆਇੰਟ ਤੇ ਇੱਕ ਐਂਗਲ ਥੀਟਾ ਬਣਾ ਰਿਹਾ ਹੈ, ਇਸ ਲਈ ਇਹ ਏਰੀਆ ਥੀਟਾ ਬਟਾ 2 ਇਨਟੂ r ਹੋਵੇਗਾ। ਤਾਂ ਜੋ ਅਸੀਂ ਹੁਣ ਇੱਥੇ ਇਸ ਕੰਸੀਡਰੇਸ਼ਨ ਵਿੱਚ ਵਰਤਾਂਗੇ। ਇਸ ਲਈ ਆਓ ਇਸ ਡੋਮੇਨ ਦੇ ਇਸ ਛੋਟੇ ਹਿੱਸੇ ਦੇ ਏਰੀਆ ਨੂੰ ਕੰਪਿਊਟ ਕਰਨ ਦੀ ਕੋਸ਼ਿਸ਼ ਕਰੀਏ ਜੋ ਡੈਲਟਾ I ਦੁਆਰਾ ਦਰਸਾਇਆ ਗਿਆ ਹੈ। ਤਾਂ ਇਸ ਕੇਸ ਵਿੱਚ ਹੁਣ ਸਾਡੇ ਕੋਲ ਇਹ ਡੈਲਟਾ I ਹੈ ਜੋ ਇਸ ri ਪਲਸ ਡੈਲਟਾ I ਰੇਡੀਅਸ ਤੱਕ ਇਸ ਵੱਡੇ ਰੀਜਨ ਦੇ ਏਰੀਆ ਦੁਆਰਾ ਦਿੱਤਾ ਗਿਆ ਹੈ। ਅਤੇ ਅਸੀਂ ਅੰਦਰਲੇ ਹਿੱਸੇ ਨੂੰ ਸਬਟਰੈਕਟ ਕਰਾਂਗੇ ਤਾਂ ਸਾਡੇ ਕੋਲ ਇਹ ਏਰੀਆ 1 ਹੈ ਜੋ ri ਪਲਸ ਡੈਲਟਾ ri ਦੁਆਰਾ ਦਿੱਤਾ ਗਿਆ ਹੈ ਕਿਉਂਕਿ ਇਹ ਰੇਡੀਅਸ ਹੈ। ਅਤੇ ਐਂਗਲ ਥੀਟਾ I ਡੈਲਟਾ ਥੀਟਾ I c ਬਾਏ 2 ਅਤੇ ਮਾਈਨਸ ਨਾਲ ਅਸੀਂ ਹੁਣ ਇਸ ਏਰੀਆ ਨੂੰ ਇੱਥੇ ਇਸ ਇੱਕ ਨਾਲ ਘਟਾ ਰਹੇ ਹਾਂ ਤਾਂ ਕਿ ਇਹ ਡੈਲਟਾ I ਏਰੀਆ ਪ੍ਰਾਪਤ ਕੀਤਾ ਜਾ ਸਕੇ। ਤਾਂ ਡੈਲਟਾ I ਨੂੰ ri ਪਲਸ ਦੇ ਇਸ ਡੈਲਟਾ I ਹੋਲ ਸਕੁਏਅਰ ਨਾਲ ਦਿੱਤਾ ਜਾਵੇਗਾ। ਅਤੇ ਡੈਲਟਾ ਥੀਟਾ I ਬਾਏ 2 ਅਤੇ ਮਾਈਨਸ ਇੱਥੇ ਅੰਦਰਲੇ ਹਿੱਸੇ ਲਈ ri ਸਕੁਏਅਰ ਕਿਉਂਕਿ ਇਹ ਇੱਥੋਂ ਤੱਕ ਦਾ ਰੇਡੀਅਸ ri ਹੈ, ਇਸ ਲਈ ਇਹ ri ਸਕੁਏਅਰ ਅਤੇ ਡੈਲਟਾ I ਬਾਏ ਥੀਟਾ ਡੈਲਟਾ ਥੀਟਾ I ਬਾਏ 2 ਫਿਰ ਇਹ ਇਸ ਛੋਟੇ ਜਿਹੇ ਰੀਜਨ ਦਾ ਏਰੀਆ ਹੈ ਜਿਸ ਨੂੰ ਅਸੀਂ ਇੱਥੇ ਇਸ ਡੈਲਟਾ I ਦੁਆਰਾ ਦਰਸਾਇਆ ਹੈ। ਅਤੇ ਹੁਣ ਇਸ ਲਈ ਅਸੀਂ ਇਸ ਨੂੰ ਆਸਾਨੀ ਨਾਲ ਸਰਲ ਕਰ ਸਕਦੇ ਹਾਂ ਕਿਉਂਕਿ ਇਹ ri ਸਕੁਏਅਰ ਅਤੇ ਡੈਲਟਾ ri ਸਕੁਏਅਰ 2 ਟਾਈਮ ri ਡੈਲਟਾ ri ਹੋਵੇਗਾ ਜਿੱਥੇ ਸਾਡੇ ਕੋਲ ਇਹ ri ਸਕੁਏਅਰ ਹੈ ਤਾਂ ਜੋ ਇਸ ਨੂੰ ਕੈਂਸਲ ਕਰ ਦਿੱਤਾ ਜਾਵੇਗਾ ਅਤੇ ਸਾਨੂੰ 2 ri ਡੈਲਟਾ ri ਡੈਲਟਾ I ਸਕੁਏਅਰ ਅਤੇ ਫਿਰ ਦੋਨਾਂ ਟਰਮਜ਼ ਦਾ ਇਹ ਕਾਮਨ ਫੈਕਟਰ ਡੈਲਟਾ ਥੀਟਾ I ਬਾਏ 2 ਮਿਲੇਗਾ। ਇਸ ਲਈ ਹੁਣ ਅਸੀਂ ਇਸ ਨੂੰ ਦੁਬਾਰਾ ਲਿਖ ਸਕਦੇ ਹਾਂ। ਡੈਲਟਾ ri ਟਰਮ ਨੂੰ ਕਾਮਨ ਲੈ ਕੇ ਇਸ ਲਈ ਅਸੀਂ ਇਸ 2 ਨੂੰ ਇੱਥੇ ਕੰਸੀਡਰ ਕਰ ਸਕਦੇ ਹਾਂ ਤਾਂ ਅਸੀਂ ਇਸ 2 ਨਾਲ ਡਿਵਾਈਡ ਕਰ ਸਕਦੇ ਹਾਂ ਤਾਂ ਅਸੀਂ ਇਸ ਪਹਿਲੀ ਟਰਮ ਤੋਂ ri ਪ੍ਰਾਪਤ ਕਰਦੇ ਹਾਂ। ਇਸ ਡੈਲਟਾ ri ਨੂੰ ਬਾਹਰ ਕੱਢਦੇ ਹੋਏ ਅਤੇ 2 ਨਾਲ ਡਿਵਾਈਡ ਕਰਦੇ ਹੋਏ ਅਸੀਂ ਪ੍ਰਾਪਤ ਕਰਾਂਗੇ ri ਅਤੇ ਇੱਥੋਂ ਅਸੀਂ ਪ੍ਰਾਪਤ ਕਰਾਂਗੇ ਡੈਲਟਾ ri ਬਟਾ 2। ਇਸ ਲਈ ਇਹ ਡੈਲਟਾ I ਇਸ ਰੀਜਨ ਦਾ ਏਰੀਆ ਇੱਥੇ ਇਸ ਐਕਸਪ੍ਰੈਸ਼ਨ ਦੁਆਰਾ ਜੋ ਕਿ ri ਪਲਸ ਡੈਲਟਾ ri ਬਟਾ 2 ਹੈ, ਇਸ ਲਈ ਇਹ ri ਪਲਸ ਡੈਲਟਾ ri 2 ਇੱਥੇ ਵਿੱਚ ਕਿਤੇ ਹੈ। ਇਸ ਲਈ ਇਹ ਉਹ ਆਰਕ ਹੈ ਜੋ ਸਰਕੂਲਰ ਆਰਕ ਹੈ ਜਿਸ ਦਾ ਰੇਡੀਅਸ r ਹੈ I ਪਲਸ ਡੈਲਟਾ ri ਬਟਾ 2 ਹੈ ਅਤੇ ਫਿਰ ਸਾਡੇ ਕੋਲ ਡੈਲਟਾ ri ਹੈ ਅਤੇ ਇਹ ਡੈਲਟਾ ਥੀਟਾ I ਉਹ ਇੰਕਰੀਮੈਂਟ ਹੈ ਜੋ ਅਸੀਂ ਰੇਡੀਅਸ ਵਿੱਚ ਅਤੇ ਐਂਗਲ ਵਿੱਚ ਵੀ ਕੀਤਾ ਹੈ। ਅਤੇ ਅਸੀਂ ਹੁਣ ਇਸ ਨੂੰ ਇੱਥੇ ri ਸਟਾਰ ਦੁਆਰਾ ਡਿਨੋਟ ਕਰ ਸਕਦੇ ਹਾਂ ਅਤੇ ਫਿਰ ਸਾਡੇ ਕੋਲ ਡੈਲਟਾ ri ਡੈਲਟਾ ਥੀਟਾ I ਹੈ। ਇਸ ਲਈ ਇਸ ਛੋਟੇ ਰੀਜਨ ਦਾ ਏਰੀਆ ਹੁਣ ਇਸ ਕੇਸ ਵਿੱਚ ਅਸੀਂ ਇਹ ਰੇਡੀਅਸ ਇੱਥੇ ri ਪ੍ਰਾਪਤ ਕਰ ਰਹੇ ਹਾਂ ਜਿਸ ਨੂੰ ਅਸੀਂ ri ਸਟਾਰ ਦੁਆਰਾ ਡਿਨੋਟ ਕੀਤਾ ਹੈ। ਇਹ ਇਹਨਾਂ 2 ਦਾ ਮੱਧ ਹੈ। ਇਸ ਰੀਜਨ ਲਈ ਸਾਡੇ ਕੋਲ ਇੱਕ ਸਰਕੂਲਰ ਆਰਕ ਹੈ ਅਤੇ ਫਿਰ ਡੈਲਟਾ ri ਡੈਲਟਾ ਥੀਟਾ I ਹੈ। ਇਸ ਲਈ ਇਹ ਸਾਡੇ ਕਾਰਟੀਜ਼ੀਅਨ ਕੇਸ ਨਾਲੋਂ ਥੋੜਾ ਵੱਖਰਾ ਹੈ। ਇਸ ਲਈ ਜਦੋਂ ਅਸੀਂ ਕਾਰਟੀਜ਼ੀਅਨ ਲਈ ਇੱਕੋ ਚੀਜ਼ ਕੀਤੀ ਹੈ ਤਾਂ ਅਸੀਂ ਇਸ ਦਿਸ਼ਾ ਵਿੱਚ ਡੈਲਟਾ x ਦੁਆਰਾ ਅਤੇ ਇਸ ਦਿਸ਼ਾ ਵਿੱਚ ਡੈਲਟਾ y ਦੁਆਰਾ ਇਹ ਇਨਕਰੀਮੈਂਟ ਪ੍ਰਾਪਤ ਕਰ ਰਹੇ ਸੀ ਅਤੇ ਫਿਰ ਇਹ ਏਰੀਆ ਡੈਲਟਾ x ਜਾਂ ਡੈਲਟਾ y ਬਣ ਜਾਂਦਾ ਹੈ। ਪਰ ਇਸ ਸਥਿਤੀ ਵਿੱਚ ਜਦੋਂ ਅਸੀਂ ਸਰਕੂਲਰ ਜਾਂ ਪੋਲਰ ਕੋਆਰਡੀਨੇਟ ਬਾਰੇ ਗੱਲ ਕਰ ਰਹੇ ਹਾਂ, ਇਸ ਕੇਸ ਵਿੱਚ ਇਸ ਰੀਜਨ ਦੇ ਏਰੀਆ ਤੱਕ ਪਹੁੰਚ ਇਸ ਡੋਮੇਨ ਵਿੱਚ ਹੈ। ਇੱਥੇ ਡੈਲਟਾ I ri ਸਟਾਰ ਅਤੇ ਡੈਲਟਾ ri ਡੈਲਟਾ ਥੀਟਾ I ਹੈ। ਜਦੋਂ ਕਿ ਕਾਰਟੀਜ਼ੀਅਨ ਕੋਆਰਡੀਨੇਟ ਵਿੱਚ ਇਹ ਬਸ ਇਨਕਰੀਮੈਂਟ ਦਾ ਪ੍ਰੋਡਕਟ ਸੀ। ਅਸੀਂ x ਦੀ ਦਿਸ਼ਾ ਵਿੱਚ ਅਤੇ y ਦੀ ਦਿਸ਼ਾ ਵਿੱਚ ਬਣਾਇਆ ਹੈ। ਇਸ ਲਈ ਇੱਥੇ ਇੱਕ ਅਤਿਰਿਕਤ ਫੈਕਟਰ ri ਦਿਖਾਈ
ਦਿੰਦਾ ਹੈ ਅਤੇ ਹੁਣ ਇਸ ਦੇ ਕਾਰਨ ਅਸੀਂ ਪ੍ਰਾਪਤ ਕਰਾਂਗੇ। ਅਸੀਂ ਹੁਣ ਇਸ ਡੋਮੇਨ ਉੱਤੇ ਇੰਟੀਗਰਲ I ਨੂੰ ਪਰਿਭਾਸ਼ਿਤ ਕਰਾਂਗੇ ਜੋ ਕਿ ਪੋਲਰ ਫਾਰਮ ਵਿੱਚ ਵਰਣਿਤ ਕੀਤਾ ਗਿਆ ਹੈ। ਇਸ ਲਿਮਿਟ ਦੁਆਰਾ ਇਸ ਲਈ ਅਸੀਂ ਉਹੀ ਕਰਾਂਗੇ ਤਾਂ ਫੰਕਸ਼ਨ ਜੇਕਰ ਕੋਈ ਫੰਕਸ਼ਨ ਦਿੱਤਾ ਜਾਂਦਾ ਹੈ ਤਾਂ ਅਸੀਂ ਉਸ ਫੰਕਸ਼ਨ ਵੈਲਿਊ ਨੂੰ ਇੱਕ ਪੁਆਇੰਟ ri ਥੀਟਾ ਅਤੇ j ਤੇ ਕੰਪਿਊਟ ਕਰਾਂਗੇ ਤਾਂ ਕਿ rij ਪੁਆਇੰਟ ਅਤੇ ਥੀਟਾ j ਦੇ ਵਿੱਚ ਇਸ ਰੀਜਨ ਵਿੱਚ ਕਿਤੇ ਵੀ ਸ਼ੁਰੂਆਤੀ ਬਿੰਦੂ ਨੂੰ ਇਸ ਡੈਲਟਾ aj ਨਾਲ ਗੁਣਾ ਕੀਤਾ ਜਾਵੇ ਕਾਰਟੀਜ਼ੀਅਨ ਦੇ ਸਿਮਿਲਰ। ਪਰ ਹੁਣ ਇਹ ਇੱਕ ਕਿਉਂਕਿ ਇਹ ਡੈਲਟਾ aj ri ਟਾਈਮਸ ਡੈਲਟਾ ri ਡੈਲਟਾ ਥੀਟਾ ਹੈ ਇਸ ਲਈ ਹੁਣ ਇਹ ਲਿਮਿਟ ਲੈ ਲਵੇਗੀ ਜਾਂ ਅਸੀਂ ਇੰਟੀਗਰਲ ਰੂਪ ਵਿੱਚ ਹੁਣ f r ਥੀਟਾ ਲਿਖਾਂਗੇ ਅਤੇ ਇਸ ਡੈਲਟਾ aj ਦੇ ਕਾਰਨ ਜੋ r ਅਤੇ ਡੈਲਟਾ r ਡੈਲਟਾ ਥੀਟਾ ਦੇ ਪ੍ਰੋਡਕਟ ਵਜੋਂ ਆਇਆ ਹੈ। ਇਸ ਲਈ ਇਹ r ਟਾਈਮਸ ਡੈਲਟਾ r ਡੈਲਟਾ r ਥੀਟਾ ਹੋਵੇਗਾ ਅਤੇ ਹੁਣ ਸਾਨੂੰ ਇਸ ਡੋਮੇਨ ਲਈ ਲਿਮਿਟਸ ਨੂੰ ਕੰਸੀਡਰ ਕਰਨਾ ਪਵੇਗਾ ਪਰ ਇਹ ਪੋਲਰ ਫਾਰਮ ਵਿੱਚ ਦਿੱਤੇ ਗਏ ਹਨ ਇਸ ਲਈ ਇਹ r ਲਈ ਬਹੁਤ ਆਸਾਨ ਹੈ। ਅਸੀਂ r1 ਥੀਟਾ ਤੋਂ ਡੋਮੇਨ ਵਿੱਚ ਦਾਖਲ ਕਰ ਰਹੇ ਹਾਂ ਅਤੇ r2 ਥੀਟਾ ਤੋਂ ਡੋਮੇਨ ਮੌਜੂਦ ਹੈ ਅਤੇ ਥੀਟਾ ਐਂਗਲ ਅਲਫਾ ਤੋਂ ਬੀਟਾ ਤੱਕ ਵੇਰੀ ਕਰਦਾ ਹੈ ਇਸ ਲਈ ਹੁਣ ਇਹ r ਅਤੇ ਥੀਟਾ ਲਈ ਲਿਮਿਟਸ ਹਨ। ਅਤੇ ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ r ਫੈਕਟਰ ਪੋਲਰ ਕੋਆਰਡੀਨੇਟ ਦੀ ਤੁਲਨਾ ਵਿੱਚ ਇੱਕ ਐਕਸਟਰਾ ਦੇ ਰੂਪ ਵਿੱਚ ਆਇਆ ਹੈ ਜਿੱਥੇ ਅਸੀਂ ਸਿਰਫ dx ਅਤੇ dy ਰੱਖਣ ਲਈ ਵਰਤਦੇ ਹਾਂ ਇਸ ਲਈ ਇੱਥੇ ਵੀ ਸਾਡੇ ਕੋਲ ਫੰਕਸ਼ਨ ਹੈ ਅਤੇ ਫਿਰ ਇੱਥੇ ਇਸ ਕੋਆਰਡੀਨੇਟ r ਥੀਟਾ ਤੇ ਇਸ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਅਤਿਰਿਕਤ ਫੈਕਟਰ r ਅਤੇ ਫਿਰ dr d ਥੀਟਾ ਹੋਣਗੇ ਅਤੇ ਰੀਜਨ ਨੂੰ ਕਵਰ ਕਰਨ ਲਈ ਸਾਨੂੰ ਥੀਟਾ ਅਤੇ r ਲਈ ਇਹਨਾਂ ਰੇਂਜਾਂ ਨੂੰ ਕੰਸੀਡਰ ਕਰਨਾ ਪਵੇਗਾ। ਇਸ ਲਈ ਹੁਣ ਅਸੀਂ ਇੱਥੇ ਦੇਖਾਂਗੇ ਕਿ ਕਾਰਟੀਜ਼ੀਅਨ ਇੰਟੀਗਰਲ ਨੂੰ ਪੋਲਰ ਕੋਆਰਡੀਨੇਟ ਵਿੱਚ ਕਿਵੇਂ ਬਦਲਣਾ ਹੈ ਹਾਲਾਂਕਿ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ ਪੋਲਰ ਕੋਆਰਡੀਨੇਟ ਵਿੱਚ ਇੰਟੀਗਰਲ ਨੂੰ ਕਿਵੇਂ ਲਿਖਣਾ ਹੈ ਤਾਂ ਮੰਨ ਲਓ ਇੰਟੀਗਰਲ ਨੂੰ ਕਾਰਟੀਜ਼ੀਅਨ ਕੋਆਰਡੀਨੇਟ f in f(x, y) dx dy ਵਜੋਂ ਕਿਸੇ ਰੀਜਨ r ਵਿੱਚ ਦਿੱਤਾ ਗਿਆ ਹੈ ਤਾਂ ਹੁਣ ਅਸੀਂ ਇਸ ਨੂੰ ਪੋਲਰ ਫਾਰਮ ਵਿੱਚ ਕਨਵਰਟ ਕਰਨ ਲਈ ਕੀ ਕਰਾਂਗੇ ਅਸੀਂ ਇਸ x ਨੂੰ r cos ਥੀਟਾ ਨਾਲ ਬਦਲਾਂਗੇ ਅਸੀਂ ਇਸ y ਨੂੰ r sin ਥੀਟਾ ਨਾਲ ਬਦਲਾਂਗੇ ਅਤੇ ਇਸ dx dy ਨੂੰ r dr d ਥੀਟਾ ਨਾਲ ਬਦਲਿਆ ਜਾਵੇਗਾ ਅਤੇ ਫਿਰ r ਅਤੇ ਥੀਟਾ ਦੇ ਅਨੁਸਾਰੀ ਸਾਨੂੰ ਉਹ ਲਿਮਿਟਸ ਲਗਾਉਣੀਆਂ ਪੈਣਗੀਆਂ ਜੋ r ਰੀਜਨ ਨੂੰ ਕਵਰ ਕਰਦੀਆਂ ਹਨ ਇਸ ਲਈ ਇੱਥੇ ਦੁਬਾਰਾ f ਫਿਰ x ਨੂੰ r cos ਥੀਟਾ ਅਤੇ y ਨੂੰ r sin ਥੀਟਾ ਨਾਲ ਬਦਲ ਦਿੱਤਾ ਜਾਵੇਗਾ ਅਤੇ ਇਹ dx dy ਫੈਕਟਰ ਇੱਥੇ ਮਹੱਤਵਪੂਰਨ ਹੈ ਇਸ ਲਈ ਇਸ dx dy ਫੈਕਟਰ ਨੂੰ ਇਸ r dr d ਥੀਟਾ ਨਾਲ ਬਦਲ ਦਿੱਤਾ ਜਾਵੇਗਾ ਕਿਉਂਕਿ ਇਸ ਛੋਟੇ ਜਿਹੇ ਰੀਜਨ ਦਾ ਏਰੀਆ ਜਿਸ ਨੂੰ ਅਸੀਂ ਹੁਣੇ ਹੀ ਪੋਲਰ ਕੋਆਰਡੀਨੇਟ ਦੇ ਮਾਮਲੇ ਵਿੱਚ ਵੇਖਿਆ ਹੈ ਇਹ r dr d ਥੀਟਾ ਬਣ ਜਾਵੇਗਾ ਜਦੋਂ ਕਿ ਕਾਰਟੀਜ਼ੀਅਨ ਦੇ ਮਾਮਲੇ ਵਿੱਚ ਇਹ dx dy ਸੀ। ਇਸ ਲਈ ਇਸ ਨੂੰ ਹੋਣ ਦੇ ਨਾਲ ਜੋ ਜ਼ਰੂਰੀ ਹੈ ਉਹ ਕਦਮ ਇਹ ਹਨ ਕਿ ਅਸੀਂ x ਇਕੁਅਲ ਹੈ r cos ਥੀਟਾ y ਇਕੁਅਲ ਹੈ r sin ਥੀਟਾ ਇੰਟੀਗਰਲ ਅਤੇ ਇਸ dx dy ਨੂੰ r dr d ਥੀਟਾ ਨਾਲ ਸਬਸਟੀਟਿਊਟ ਕੀਤਾ ਜਾਵੇਗਾ ਅਤੇ ਇਹ ਜੀ ਮੂਲ ਰੂਪ ਵਿੱਚ ਉਹੀ ਹੈ ਕੁਦਰਤੀ ਤੌਰ ਤੇ ਉਹੀ ਰੀਜਨ ਪਰ ਹੁਣ ਇਸ ਨੂੰ ਪੋਲਰ ਕੋਆਰਡੀਨੇਟਸ ਦੇ ਟਰਮਜ਼ ਵਿੱਚ ਦਰਸਾਇਆ ਗਿਆ ਹੈ। ਇਸ ਲਈ ਅਸੀਂ ਹੁਣ ਉਦਾਹਰਨਾਂ ਦੀ ਮਦਦ ਨਾਲ ਵੇਖਦੇ ਹਾਂ ਕਿ ਪੋਲਰ ਫਾਰਮ ਵਿੱਚ ਇੰਟੀਜਰਾਂ ਦਾ ਮੁਲਾਂਕਣ ਕਿਵੇਂ ਕਰਨਾ ਹੈ ਤਾਂ ਹੁਣ ਤੁਸੀਂ ਕੰਪਿਊਟ ਕਰਨਾ ਚਾਹੁੰਦੇ ਹੋ ਅਸੀਂ ਇੱਕ ਬਹੁਤ ਹੀ ਸਧਾਰਨ ਉਦਾਹਰਨ ਦੇ ਨਾਲ ਸ਼ੁਰੂ ਕਰਨਾ ਚਾਹੁੰਦੇ ਹਾਂ ਰੇਡੀਅਸ r ਦੇ ਇੱਕ ਸਰਕਲ ਦੇ ਪਹਿਲੇ ਕੁਆਡਰੈਂਟ ਦਾ ਏਰੀਆ ਕੰਪਿਊਟ ਕਰੋ। ਰੇਡੀਅਸ a ਦਾ ਇਸ ਲਈ ਸਾਡੇ ਕੋਲ ਰੇਡੀਅਸ a ਦਾ ਇੱਕ ਸਰਕਲ ਹੈ ਅਤੇ ਅਸੀਂ ਏਰੀਆ ਨੂੰ ਕੰਪਿਊਟ ਕਰਨਾ ਚਾਹੁੰਦੇ ਹਾਂ ਤਾਂ ਫਿਰ ਏਰੀਆ ਲਈ ਸਾਨੂੰ ਸਿਰਫ ਇਹ ਮੰਨਣਾ ਪਏਗਾ ਕਿ ਇਹ ਫੰਕਸ਼ਨ f1 ਹੈ ਅਤੇ ਫਿਰ ਸਾਨੂੰ r dr d ਥੀਟਾ ਉੱਤੇ ਇਹ ਇੰਟੀਗਰਲ ਮਿਲੇਗਾ ਜੋ ਸਾਨੂੰ ਏਰੀਆ ਦੇਵੇਗਾ ਜਿਵੇਂ ਕਿ ਅਸੀਂ ਕਾਰਟੀਜ਼ੀਅਨ ਕੋਆਰਡੀਨੇਟਸ ਵਿੱਚ ਕੀਤਾ ਹੈ। ਇਸ ਲਈ ਇੱਥੇ ਸਰਕਲ ਦਾ ਇਹ ਏਰੀਆ ਥੀਟਾ 0 ਪਾਈ ਬਾਏ 2 ਦੁਆਰਾ ਦਿੱਤਾ ਜਾਵੇਗਾ ਕਿਉਂਕਿ ਸਾਡਾ ਇੱਕ ਪਹਿਲਾ ਕੁਆਡਰੈਂਟ ਹੈ। ਇਸ ਲਈ ਇੱਥੇ ਇਹ ਸਰਕਲ ਹੈ ਅਤੇ ਰੇਡੀਅਸ a ਹੈ। ਇਸ ਲਈ ਥੀਟਾ ਲਈ ਲਿਮਿਟਸ ਪਹਿਲਾਂ ਜਾਂ ਥੀਟਾ ਦੀ ਲਿਮਿਟ ਇਸ ਤੋਂ ਇਸ ਤੱਕ ਵੇਰੀ ਕਰਦੀ ਹੈ ਤਾਂ a
ਪਾਈ ਬਟਾ 2 ਤੱਕ ਜਾਵੇਗਾ ਇਸ ਲਈ ਥੀਟਾ ਲਈ 0। ਤੋਂ ਪਾਈ ਬਟਾ 2 ਤੱਕ ਇਸ ਲਾਈਨ ਤੇ ਇਹ ਥੀਟਾ 0 ਹੈ ਅਤੇ ਇੱਥੇ ਇਸ ਲਾਈਨ ਤੇ ਜਦੋਂ ਅਸੀਂ ਇਸ ਤੇ ਪਹੁੰਚਦੇ ਹਾਂ ਕਿ ਥੀਟਾ ਪਾਈ ਬਟਾ 2 ਹੈ 2 ਅਤੇ r 0 ਤੋਂ ਵੇਰੀ ਕਰਦਾ ਹੈ ਅਤੇ ਇਹ ਇੱਥੇ 0 ਤੋਂ ਸ਼ੁਰੂ ਹੁੰਦਾ ਹੈ, ਇੱਥੇ ਸਰਕਲ ਤੱਕ ਜਾਂਦਾ ਹੈ, ਜੋ ਕਿ r a ਦੇ ਇਕੁਅਲ ਹੈ ਇਸ ਲਈ r ਦੀ ਲਿਮਿਟ 0 ਤੋਂ ਸਰਕਲ ਤੱਕ ਹੋਵੇਗੀ r ਇਕੁਅਲ a ਅਤੇ ਥੀਟਾ ਇਸ 0 ਤੋਂ ਥੀਟਾ ਇਕੁਅਲ ਪਾਈ ਬਟਾ 2 ਤੱਕ ਵੇਰੀ ਕਰਦਾ ਹੈ ਇਸ ਲਈ ਸਾਨੂੰ ਇਸ ਇੰਟੀਗਰਲ ਦਾ ਮੁਲਾਂਕਣ ਕਰਨ ਦੀ ਲੋੜ ਹੈ। ਜੋ ਕਿ ਇੱਥੇ r ਸਕੁਏਅਰ ਬਟਾ 2 ਹੋਵੇਗਾ ਤਾਂ r ਉਪਰਲੀ ਲਿਮਿਟ ਇਹ ਹੈ ਇਸ ਲਈ ਇਹ ਸਕੁਏਅਰ ਬਟਾ 2 ਅਤੇ ਫਿਰ ਬਾਹਰੀ ਇੰਟੀਗਰਲ ਤੋਂ ਅਸੀਂ ਪ੍ਰਾਪਤ ਕਰਾਂਗੇ। ਜਦੋਂ ਅਸੀਂ ਥੀਟਾ ਦੇ ਸੰਬੰਧ ਵਿੱਚ ਇੰਟੀਗ੍ਰੇਟ ਕਰਦੇ ਹਾਂ ਤਾਂ ਥੀਟਾ ਦਿਖਾਈ ਦੇਵੇਗਾ ਜੋ ਸਾਨੂੰ ਪਾਈ ਬਟਾ 2 ਦੇਵੇਗਾ। ਤਾਂ ਇਹ ਸਰਕੂਲਰ ਰੀਜਨ ਦੇ ਇਸ ਹਿੱਸੇ ਦਾ ਏਰੀਆ ਹੈ ਇਸ ਲਈ ਇੱਥੇ ਪਾਈ a ਸਕੁਏਅਰ ਬਟਾ 4 ਆਵੇਗਾ, ਜਿਸ ਦਾ ਅਸੀਂ ਪੋਲਰ ਜਾਂ ਪੋਲਰ ਵਿੱਚ ਇੰਟੀਗਰਲ ਦੀ ਮਦਦ ਨਾਲ ਆਸਾਨੀ ਨਾਲ ਮੁਲਾਂਕਣ ਕੀਤਾ ਹੈ, ਪਰ ਜੇਕਰ ਅਸੀਂ ਕਾਰਟੀਜ਼ੀਅਨ ਫਾਰਮ ਵਿੱਚ ਕਰਦੇ ਹਾਂ ਤਾਂ ਇਹ ਥੋੜਾ ਗੁੰਝਲਦਾਰ ਹੋਵੇਗਾ ਕਿਉਂਕਿ ਸਾਨੂੰ ਹੁਣ x ਅਤੇ y ਦੀਆਂ ਲਿਮਿਟਸ ਖਿੱਚਣੀਆਂ ਪੈਣਗੀਆਂ ਅਤੇ ਜਿਸ ਵਿੱਚ ਕਾਰਟੀਜ਼ੀਅਨ ਰੂਪ ਵਿੱਚ ਸਰਕਲ ਸ਼ਾਮਲ ਹੋਵੇਗਾ। ਇਸ ਲਈ ਪੋਲਰ ਫਾਰਮ ਵਿੱਚ ਸਰਕਲ ਦੀ ਇਕੁਏਸ਼ਨ ਬਸ r ਇਕੁਅਲ a ਹੈ। ਇਸ ਲਈ ਅਸੀਂ ਸਿਰਫ ਇਸ ਰੀਜਨ ਨੂੰ ਕਵਰ ਕਰਨਾ ਹੈ, ਅਸੀਂ r ਇਕੁਅਲ 0 ਤੋਂ r ਇਕੁਅਲ a ਤੇ ਜਾ ਰਹੇ ਹਾਂ, ਪਰ ਕਾਰਟੀਜ਼ੀਅਨ ਕੋਆਰਡੀਨੇਟ ਵਿੱਚ ਇਹ x ਸਕੁਏਅਰ ਪਲਸ y ਸਕੁਏਅਰ ਇਕੁਅਲ a ਸਕੁਏਅਰ ਹੋਵੇਗਾ ਇਸ ਲਈ ਸਾਨੂੰ ਪਹਿਲਾਂ ਇਸ ਅਨੁਸਾਰ x ਜਾਂ y ਦੀ ਲਿਮਿਟ ਕੰਪਿਊਟ ਕਰਨੀ ਪਵੇਗੀ, ਸਾਨੂੰ ਇਸ a ਸਕੁਏਅਰ ਮਾਈਨਸ x ਸਕੁਏਅਰ ਜਾਂ y ਸਕੁਏਅਰ ਦਾ a ਸਕੁਏਅਰ ਰੂਟ ਪ੍ਰਾਪਤ ਕਰਨਾ ਹੋਵੇਗਾ। ਇਸ ਲਈ ਇਹ ਇੰਟੀਗਰਲ ਨੂੰ ਥੋੜਾ ਕੰਪਲਿਕੇਟਡ ਬਣਾ ਦੇਵੇਗਾ, ਠੀਕ ਹੈ। ਇਸ ਲਈ ਅੱਗੇ ਵਧਦੇ ਹੋਏ ਸਾਨੂੰ ਇਹ ਸਮੱਸਿਆ ਹੈ, ਹੁਣ ਤੁਸੀਂ ਇਸ ਇੰਟੀਗਰਲ e ਪਾਵਰ x ਸਕੁਏਅਰ ਪਲਸ y ਸਕੁਏਅਰ dy dx ਦਾ ਮੁਲਾਂਕਣ ਕਰਨਾ ਚਾਹੁੰਦੇ ਹੋ ਅਤੇ ਇਹ r ਸੈਮੀ ਸਰਕੂਲਰ ਰੀਜਨ ਹੈ ਜੋ x ਐਕਸਿਸ ਨਾਲ ਬਾਉਂਡਡ ਹੈ ਅਤੇ ਕਰਵ y ਇਕੁਅਲ 1 ਮਾਈਨਸ x ਸਕੁਏਅਰ ਹੈ, ਇਸ ਲਈ ਇਹ ਕਰਵ ਕੁਝ ਨਹੀਂ ਹੈ ਪਰ y ਸਕੁਏਅਰ ਇਕੁਅਲ 1 ਮਾਈਨਸ x ਸਕੁਏਅਰ ਹੈ, ਮਤਲਬ ਇਹ x ਸਕੁਏਅਰ ਪਲਸ y ਸਕੁਏਅਰ 1 ਦੇ ਇਕੁਅਲ ਹੈ, ਇਸ ਲਈ ਇਹ ਸਰਕਲ ਹੈ, ਇਸ ਲਈ ਸਾਡੇ ਕੋਲ ਇੱਥੇ ਇੱਕ ਸਰਕਲ ਹੈ ਅਤੇ ਫਿਰ x ਐਕਸਿਸ ਅਤੇ ਅਸੀਂ ਸੈਮੀ ਸਰਕੂਲਰ ਰੀਜਨ ਬਾਰੇ ਗੱਲ ਕਰ ਰਹੇ ਹਾਂ ਜੋ ਇਸ x ਐਕਸਿਸ ਅਤੇ ਸਰਕਲ ਦੇ ਇਸ ਉੱਪਰਲੇ ਹਿੱਸੇ ਨਾਲ ਬਾਉਂਡਡ ਹੈ। ਇਸ ਲਈ ਜੇਕਰ ਤੁਸੀਂ ਇੱਥੇ ਰੀਜਨ ਨੂੰ ਬਣਾਉਂਦੇ ਹੋ ਤਾਂ ਇਹ ਰੇਡੀਅਸ 1 ਵਾਲਾ ਇਹ ਅੱਧਾ ਸਰਕਲ ਹੋਵੇਗਾ ਅਤੇ ਫਿਰ ਸਾਡੇ ਕੋਲ ਇੱਥੇ x ਐਕਸਿਸ ਹੈ ਤਾਂ ਇਹ ਹੈ ਰੀਜਨ ਜਿਸ ਤੇ ਅਸੀਂ ਇੰਟੀਗ੍ਰੇਟ ਕਰਨਾ ਚਾਹੁੰਦੇ ਹਾਂ। ਇਸ ਰੀਜਨ ਉੱਤੇ ਇਸ ਲਈ ਦੁਬਾਰਾ ਕਿਉਂਕਿ ਸਾਡੇ ਕੋਲ ਸਰਕੂਲਰ ਰੀਜਨ ਹੈ, ਇਹ ਪੋਲਰ ਕੋਆਰਡੀਨੇਟ ਦੀ ਵਰਤੋਂ ਕਰਨਾ ਬਹੁਤ ਸੁਵਿਧਾਜਨਕ ਹੋਵੇਗਾ। ਦੂਜਾ ਇੱਥੇ ਸਾਡੇ ਇੰਟੀਗ੍ਰੈਂਡ ਵਿੱਚ ਇਹ ਟਰਮ x ਸਕੁਏਅਰ ਪਲਸ y ਸਕੁਏਅਰ ਹੋਵੇਗੀ ਤਾਂ ਜਿਸ ਨਾਲ ਇੰਟੀਗਰਲ ਦਾ ਮੁਲਾਂਕਣ ਕਰਨਾ ਵੀ ਆਸਾਨ ਹੋ ਜਾਵੇਗਾ। ਇਸ ਲਈ ਜੇਕਰ ਅਸੀਂ ਹੁਣ ਇੰਟੀਗਰਲ ਨੂੰ ਕੰਪਿਊਟ ਕਰਦੇ ਹਾਂ ਤਾਂ ਇਹ ਓਵਰ r a e ਪਾਵਰ x ਸਕੁਏਅਰ ਪਲਸ a y ਸਕੁਏਅਰ ਹੋਵੇਗਾ ਅਤੇ ਇਸ ਨੂੰ dy r dx ਵਜੋਂ ਦਿੱਤਾ ਗਿਆ ਹੈ। ਇਸ ਲਈ ਇੱਥੇ ਜੇਕਰ ਅਸੀਂ ਪੋਲਰ ਫਾਰਮ ਵਿੱਚ ਲਿਖਦੇ ਹਾਂ, ਸਭ ਤੋਂ ਪਹਿਲਾਂ ਇੰਟੀਗ੍ਰੈਂਡ ਕਿਉਂਕਿ ਹੁਣ ਅਸੀਂ ਸਬਸਟੀਟਿਊਟ ਕਰ ਰਹੇ ਹਾਂ x ਸਕੁਏਅਰ ਇਕੁਅਲ r cos ਥੀਟਾ ਅਤੇ y ਇਕੁਅਲ r sin ਥੀਟਾ ਇੰਟੀਗ੍ਰੈਂਡ ਦੇ ਵਿੱਚ, ਜੋ ਕਿ ਸਾਨੂੰ ਦੇਵੇਗਾ x ਸਕੁਏਅਰ ਪਲਸ y ਸਕੁਏਅਰ ਹੋਵੇਗਾ r ਸਕੁਏਅਰ ਤਾਂ ਇੱਥੇ e ਪਾਵਰ r ਸਕੁਏਅਰ ਮਿਲੇਗਾ ਅਤੇ ਇਹ dx dy ਹੋਵੇਗਾ r d d ਥੀਟਾ। ਇਸ ਲਈ ਪਹਿਲਾਂ r ਦੀ ਲਿਮਿਟ ਲਿਖੀਏ ਤਾਂ r ਇਸ ਰੀਜਨ ਨੂੰ ਕਵਰ ਕਰਨ ਲਈ 0 ਤੋਂ 1 ਤੱਕ ਜਾਵੇਗਾ ਤਾਂ r 0 ਤੋਂ 1 ਤੱਕ ਜਾਵੇਗਾ, ਇਹ r ਇਕੁਅਲ 1 ਹੈ ਤਾਂ r 0 ਤੋਂ 1 ਵੱਲ ਜਾ ਰਿਹਾ ਹੈ ਅਤੇ ਥੀਟਾ ਇਸ ਤੋਂ ਜਾ ਰਿਹਾ ਹੈ ਤਾਂ ਇਹ ਥੀਟਾ 0 ਦੇ ਇਕੁਅਲ ਹੈ ਅਤੇ ਫਿਰ ਅਸੀਂ ਪਾਰਸ਼ਲ ਬਾਏ ਥੀਟਾ ਇਕੁਅਲ ਪਾਈ ਤੇ ਪਹੁੰਚਾਂਗੇ ਤਾਂ ਥੀਟਾ 0 ਤੋਂ ਪਾਈ ਅਤੇ r 0 ਤੋਂ 1 e ਪਾਵਰ r ਸਕੁਏਅਰ ਅਤੇ r d ਥੀਟਾ ਹੈ। ਅਤੇ ਹੁਣ ਜੇਕਰ ਅਸੀਂ ਇਸ ਕਾਰਟੀਜ਼ੀਅਨ ਕੋਆਰਡੀਨੇਟਸ ਦੇ ਰੂਪ ਵਿੱਚ ਸਿੱਧੇ ਮੁਲਾਂਕਣ ਨੂੰ ਧਿਆਨ ਨਾਲ ਵੇਖੀਏ ਤਾਂ ਇਹ
ਆਸਾਨ ਨਹੀਂ ਸੀ ਜਾਂ ਇਸ ਦੀ ਬਜਾਏ ਇਸੀ ਪਾਵਰ x ਸਕੁਅਰ ਪਲੱਸ y ਸਕੁਅਰ ਟਰਮ ਨੂੰ ਇੰਟੀਗ੍ਰੇਟ ਕਰਨਾ ਸੰਭਵ ਨਹੀਂ ਸੀ, ਪਰ ਹੁਣ ਅਸੀਂ ਇੱਥੇ ਹੀ ਪਾਵਰ r ਸਕੁਅਰ ਅਤੇ r ਪ੍ਰਾਪਤ ਕੀਤਾ ਹੈ। ਇਸ ਲਈ ਅਸੀਂ r ਦੇ ਸੰਬੰਧ ਵਿੱਚ ਇਸ ਇੰਟੀਗਰੈਂਡ ਨੂੰ ਹੁਣ ਆਸਾਨੀ ਨਾਲ ਇੰਟੀਗਰੇਟ ਕਰ ਸਕਦੇ ਹਾਂ। ਇਸ ਲਈ ਸਾਡੇ ਕੋਲ 0 ਤੋਂ ਪਾਈ ਤੱਕ ਥੀਟਾ ਹੈ ਅਤੇ ਇਹ ਸਾਨੂੰ 1/2 ਦੇਵੇਗਾ, ਅਤੇ ਫਿਰ ਸਾਡੇ ਕੋਲ ਇੱਥੇ 2r ਹੈ। ਇਸ ਲਈ ਇਸ r ਸਕੁਅਰ ਦਾ ਡਿਫਰੈਂਸ਼ੀਅਲ ਤਾਂ ਇਹ ਇੰਟੀਗਰਲ ਹੋਵੇਗਾ r ਸਕੁਅਰ ਅਤੇ ਸਾਡੇ ਕੋਲ 1 ਤੋਂ 0 ਹੈ। ਸਾਡੇ ਕੋਲ ਥੀਟਾ ਹੈ, ਇਸ ਲਈ ਇਹ ਹੋਵੇਗਾ e-1 1/2 ਦੇ ਨਾਲ, ਅਤੇ ਫਿਰ ਇਹ ਥੀਟਾ ਅਤੇ ਉੱਪਰਲੀ ਲਿਮਿਟ ਪਾਈ ਪਾ ਦਿੰਦੇ ਹਾਂ ਤਾਂ ਉੱਥੇ ਇੱਕ ਹੋਰ ਪਾਈ ਹੋਵੇਗਾ, ਤਾਂ ਇਹ π/2 ਹੋਵੇਗਾ ਅਤੇ -1 ਜੋ ਕਿ ਇੰਟੀਗਰਲ ਦਾ ਵੈਲਿਊ ਹੈ, ਜੋ ਕਿ ਪਾਵਰ x ਸਕੁਅਰ ਪਲੱਸ y ਸਕੁਅਰ ਅਤੇ dy dx ਸੀ। ਇਸ ਲਈ ਇਸ ਪੋਲਰ ਕੋਆਰਡੀਨੇਟ ਦੀ ਵਰਤੋਂ ਕਰਕੇ ਇਸ ਦਾ ਮੁਲਾਂਕਣ ਕਰਨਾ ਬਹੁਤ ਸੌਖਾ ਹੈ। ਇਸ ਲਈ ਆਓ ਇੱਥੇ ਇੱਕ ਹੋਰ ਪ੍ਰੋਬਲਮ ਲੈਂਦੇ ਹਾਂ, ਪ੍ਰੋਬਲਮ ਨੰਬਰ 2, ਜੋ ਕਿ ਸਾਨੂੰ ਹੁਣ ਦੁਬਾਰਾ ਅੰਦਰ ਥੋੜਾ ਹੋਰ ਦੇਵੇਗਾ। ਇਸ ਲਈ ਇੱਥੇ ਉਸ ਏਰੀਆ ਦੀ ਗਣਨਾ ਕਰੋ ਜੋ ਕਾਰਡੀਓਇਡ ਦੇ ਅੰਦਰ ਹੈ, r=2 ਅਤੇ 1 ਪਲੱਸ ਕੋਸ ਥੀਟਾ, ਅਤੇ ਬਾਹਰੀ ਰੀਜਨ r1 ਦੇ ਇਕੁਅਲ ਹੈ ਅਤੇ ਸਰਕਲ r=1 ਹੈ, ਤਾਂ ਕੇਂਦਰ 0 ਦੇ ਨਾਲ ਇਸ ਰੇਡੀਅਸ ਦੇ ਨਾਲ ਸਰਕਲ ਹੈ। ਇਸ ਲਈ ਇਹ ਇੱਕ ਸਰਕਲ ਹੈ ਅਤੇ ਫਿਰ ਸਾਡੇ ਕੋਲ ਇੱਕ ਕਾਰਡੀਓਇਡ r ਹੈ 2 ਟਾਈਮਸ ਅਤੇ 1 ਪਲੱਸ ਕੋਸ ਥੀਟਾ ਹੈ। ਇਸ ਲਈ ਸਾਨੂੰ ਪਹਿਲਾਂ ਰੀਜਨ ਨੂੰ ਬਣਾਉਣਾ ਪਵੇਗਾ, ਤਾਂ ਇਸ ਸਥਿਤੀ ਵਿੱਚ ਸਾਡੇ ਕੋਲ ਇੱਕ ਕਾਰਡੀਓਇਡ ਹੈ ਅਤੇ ਫਿਰ ਸਾਡੇ ਕੋਲ ਇੱਥੇ ਰੇਡੀਅਸ 2 ਦਾ ਸਰਕਲ ਹੈ, ਅਤੇ ਫਿਰ ਇੱਥੇ ਕੀ ਪੁੱਛਣਾ ਹੈ, ਜੋ ਕਾਰਡੀਓਇਡ ਦੇ ਅੰਦਰ ਹੈ ਅਤੇ ਸਰਕਲ ਦੇ ਬਾਹਰ ਹੈ r=2, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਇੱਥੇ ਸਰਕਲ ਦੇ ਬਾਹਰ ਅਤੇ ਇਸ ਕਾਰਡੀਓਇਡ ਦੇ ਅੰਦਰ ਬਾਰੇ ਗੱਲ ਕਰ ਰਹੇ ਹਾਂ। ਇਸ ਲਈ ਇਹ ਉਹ ਰੀਜਨ ਹੈ ਜਿਸ ਦਾ ਅਸੀਂ ਹੁਣ ਏਰੀਆ ਲੱਭਣਾ ਚਾਹੁੰਦੇ ਹਾਂ, ਅਤੇ ਕੁਦਰਤੀ ਤੌਰ ਤੇ ਅਸੀਂ ਪੋਲਰ ਕੋਆਰਡੀਨੇਟਸ ਦੀ ਵਰਤੋਂ ਕਰਾਂਗੇ ਕਿਉਂਕਿ ਇਹ ਦੁਬਾਰਾ ਬਹੁਤ ਸੌਖਾ ਹੈ। ਇਸ ਲਈ ਅਸੀਂ ਇਸ ਪੁਆਇੰਟ ਤੋਂ ਥੀਟਾ ਵਿੱਚ ਜਾ ਰਹੇ ਹਾਂ ਅਤੇ ਫਿਰ ਸਾਰੇ ਤਰੀਕੇ ਨਾਲ ਜਾ ਰਹੇ ਹਾਂ, ਅਤੇ ਥੀਟਾ ਇਸ ਪੁਆਇੰਟ ਤੱਕ ਜਾਏਗਾ। ਇਸ ਲਈ ਥੀਟਾ ਦੀ ਲਿਮਿਟ ਨੂੰ ਅਸੀਂ ਲੈ ਸਕਦੇ ਹਾਂ -π/2 ਤੋਂ ਇਸ π/2 -π/2 ਤੋਂ π/2 ਅਤੇ r ਲਈ r ਹਮੇਸ਼ਾ ਇਸ ਸਰਕਲ ਤੋਂ ਹੁੰਦਾ ਹੈ ਜੋ r=2 ਤੋਂ r= ਕਾਰਡੀਓਇਡ ਤੱਕ ਹੈ। ਇਸ ਲਈ ਇੱਥੇ r ਹੈ, ਇਹ ਕਾਰਡੀਓਇਡ ਇੱਥੇ r2 1 ਪਲੱਸ ਅਤੇ ਕੋਸ ਥੀਟਾ ਅਤੇ ਇਹ r=2 ਹੈ। ਇਸ ਲਈ r ਦੀਆਂ ਲਿਮਿਟਸ ਦਾ ਮੁਲਾਂਕਣ ਕਰਨਾ ਵੀ ਆਸਾਨ ਹੋਵੇਗਾ ਅਤੇ ਥੀਟਾ ਲਈ ਵੀ। ਇਸ ਲਈ ਥੀਟਾ -π/2 ਤੋਂ π/2 ਤੱਕ ਬਦਲਦਾ ਹੈ, ਅਤੇ ਫਿਰ ਸਾਡੇ ਕੋਲ dr2 ਤੋਂ 1 ਪਲੱਸ ਅਤੇ ਕੋਸ ਥੀਟਾ ਤੱਕ ਹੈ, ਅਤੇ ਫਿਰ ਏਰੀਆ ਲਈ ਇੰਟੀਗਰੈਂਡ 1 ਹੋਣ ਜਾ ਰਿਹਾ ਹੈ, ਅਤੇ ਫਿਰ ਸਾਡੇ ਕੋਲ r ਅਤੇ d ਥੀਟਾ ਹੈ ਜਿਸ ਦਾ ਅਸੀਂ ਹੁਣ ਆਸਾਨੀ ਨਾਲ ਮੁਲਾਂਕਣ ਕਰ ਸਕਦੇ ਹਾਂ। ਇਸ ਲਈ ਇਹ -π/2 ਤੋਂ ਇਸ π/2 ਤੱਕ ਹੈ। ਇੱਥੇ r ਸਕੁਅਰ ਬਾਏ 2, ਤਾਂ r ਸਕੁਅਰ ਦਾ ਮਤਲਬ ਹੈ ਇੱਥੇ 4 ਅਤੇ 1 ਪਲੱਸ ਕੋਸ ਥੀਟਾ ਉੱਪਰਲੀ ਲਿਮਿਟ, ਅਤੇ ਫਿਰ ਓਵਰ ਲਿਮਿਟ ਸਾਡੇ ਕੋਲ -4 ਹੈ, ਤਾਂ ਇਹ 4 ਅਤੇ ਇਹ d ਥੀਟਾ, ਤਾਂ ਸਾਡੇ ਕੋਲ -π/2 2π/2 ਇਸ 4 ਨੂੰ ਅਸੀਂ ਕੈਂਸਲ ਕਰ ਸਕਦੇ ਹਾਂ। ਇਸ ਲਈ ਅਸੀਂ 2 ਪ੍ਰਾਪਤ ਕਰਦੇ ਹਾਂ ਅਤੇ ਇਹ ਵੀ ਕੈਂਸਲ ਹੋ ਜਾਵੇਗਾ। ਇਹ ਕੋਸ ਥੀਟਾ ਤੇ ਪਲੱਸ ਪ੍ਰਾਪਤ ਕਰਾਂਗੇ, ਨਾਲ ਹੀ ਕੋਸ ਸਕੁਅਰ ਥੀਟਾ ਹੋਵੇਗਾ। ਇਸ ਲਈ ਸਾਡੇ ਕੋਲ 2 ਕੋਸ ਥੀਟਾ ਅਤੇ ਕੋਸ ਸਕੁਅਰ ਥੀਟਾ ਅਤੇ ਇਹ ਥੀਟਾ ਹਨ, ਅਤੇ ਇਸ ਫੈਕਟਰ 2 ਨਾਲ ਗੁਣਾ ਕੀਤਾ ਜਾਵੇਗਾ। ਇਸ ਲਈ ਇੱਥੇ ਇਹ ਇੰਟੀਗਰੈਂਡ ਈਵਨ ਹੈ, ਤਾਂ ਅਸਲ ਵਿੱਚ ਇਹ ਇੰਟੀਗਰਲ 4 ਟਾਈਮਸ ਅਤੇ 0 2π/2 ਹੋਵੇਗਾ, ਅਤੇ ਸਾਡੇ ਕੋਲ ਇੱਥੇ ਫਿਰ 2 ਕੋਸ ਥੀਟਾ ਹੈ, ਅਤੇ ਇਸ ਨੂੰ ਵੀ ਅਸੀਂ ਕੋਸ 2 ਥੀਟਾ ਰੂਪ ਵਿੱਚ ਕਨਵਰਟ ਕਰ ਸਕਦੇ ਹਾਂ, ਤਾਂ ਇਸ ਕੋਸ ਸਕੁਅਰ ਥੀਟਾ ਲਈ 1 ਪਲੱਸ ਕੋਸ 2 ਥੀਟਾ, ਅਤੇ ਫਿਰ ਸਾਡੇ ਕੋਲ ਇੱਥੇ d ਥੀਟਾ ਹੈ।
ਜਿਸ ਨੂੰ ਅਸੀਂ ਆਸਾਨੀ ਨਾਲ ਇੰਟੀਗ੍ਰੇਟ ਕਰ ਸਕਦੇ ਹਾਂ। ਇਸ ਲਈ ਸਾਡੇ ਕੋਲ ਇੱਥੇ ਸਾਈਨ ਟਰਮਜ਼ ਵੀ ਹਨ। ਇਸ ਲਈ ਜੇਕਰ ਅਸੀਂ ਹੁਣੇ ਇਸ ਨੂੰ ਕੰਪਿਊਟ ਕਰਦੇ ਹਾਂ ਤਾਂ 4 ਟਾਈਮਸ ਅਤੇ ਲਿਮਿਟਸ ਪ੍ਰਾਪਤ ਕੀਤੀਆਂ ਜਾਣਗੀਆਂ ਤਾਂ ਬਾਅਦ ਵਿੱਚ 2a ਸਾਈਨ ਥੀਟਾ ਹੈ ਅਤੇ ਪਲੱਸ ਇਹ 1/2 ਸਾਡੇ ਕੋਲ 1 ਲਈ ਥੀਟਾ ਹੈ ਅਤੇ ਪਲੱਸ ਦੁਬਾਰਾ ਸਾਈਨ 2 ਥੀਟਾ ਬਾਏ 2 ਅਤੇ ਫਿਰ ਲਿਮਿਟ 0 ਤੋਂ ਪਾਈ ਬਾਏ 2 ਹੈ। ਇਸ ਲਈ ਇਹ 4 2 ਹੈ ਅਤੇ ਸਾਈਨ ਪਾਈ ਬਟਾ 2 1 ਹੋਵੇਗਾ। ਦੁਬਾਰਾ ਸਾਈਨ 0 0 ਹੋਵੇਗਾ। ਇੱਥੇ ਸਾਡੇ ਕੋਲ ਹਾਫ ਥੀਟਾ ਹੈ ਜੋ ਸਾਨੂੰ ਪਾਈ ਬਟਾ 2 ਦੇਵੇਗਾ ਅਤੇ ਫਿਰ ਸਾਈਨ ਇਹ ਪਾਈ ਹੋਵੇਗਾ ਅਤੇ ਮਾਈਨਸ ਸਾਈਨ 0 0। ਇਸ ਲਈ ਦੋਵਾਂ ਸਥਿਤੀਆਂ ਵਿੱਚ ਇਹ ਹੋਵੇਗਾ 0 ਜਦੋਂ ਅਸੀਂ ਲਿਮਿਟ ਪਾਉਂਦੇ ਹਾਂ। ਇਸ ਲਈ ਸਾਡੇ ਕੋਲ ਇਹ 4 ਟਾਈਮਸ ਅਤੇ 2 ਪਲੱਸ ਪਾਈ ਬਾਏ 4 ਜਾਂ ਪਾਈ ਪਲੱਸ 60 ਤੇ ਪਾਈ ਪਲੱਸ 60 ਹਨ ਤਾਂ ਜੋ ਇੱਥੇ ਇਸ ਰੀਜਨ ਦਾ ਏਰੀਆ ਹੈ ਜੋ ਫਿਗਰ ਵਿੱਚ ਬਣਾਇਆ ਗਿਆ ਹੈ ਅਤੇ ਦੁਬਾਰਾ ਪੋਲਰ ਕੋਆਰਡੀਨੇਟ ਦੀ ਮਦਦ ਨਾਲ ਇਸ ਦਾ ਮੁਲਾਂਕਣ ਕਰਨਾ ਬਹੁਤ ਆਸਾਨ ਸੀ। ਇਸ ਲਈ ਅਗਲੀ ਪ੍ਰੋਬਲਮ ਨੰਬਰ 3 ਤੇ ਆਉਂਦੇ ਹਾਂ। ਇਸ ਲਈ ਪੋਲਰ ਕੋਆਰਡੀਨੇਟ ਦੀ ਵਰਤੋਂ ਕਰਨ ਨਾਲ XY ਪਲੇਨ ਵਿੱਚ ਰੀਜਨ R ਦਾ ਏਰੀਆ ਪਤਾ ਲੱਗੇਗਾ ਅਤੇ ਜੋ ਸਰਕਲ x² + y² ਬਰਾਬਰ 4 ਦੁਆਰਾ ਇਨਕਲੋਜ਼ਡ ਹੈ। ਲਾਈਨ ਦੇ ਉੱਪਰ ਹੈ। ਲਾਈਨ y ਬਰਾਬਰ ਹੈ ਸਕੁਏਅਰ ਰੂਟ 3x ਬਰਾਬਰ ਹੈ। ਇਸ ਲਈ ਸਾਡੇ ਕੋਲ ਦੋ ਲਾਈਨਾਂ ਹਨ। y ਇਕੁਅਲ 1 ਦੇ ਬਰਾਬਰ ਹੈ ਅਤੇ ਸਾਡੇ ਕੋਲ y ਬਰਾਬਰ ਸਕੁਏਅਰ ਰੂਟ 3x ਹੈ ਅਤੇ ਫਿਰ ਇੱਥੇ ਸਰਕਲ x² + y² 4 ਦੇ ਇਕੁਅਲ ਹੈ ਤਾਂ ਇਹ ਸਰਕਲ ਦੀ ਸਥਿਤੀ ਹੈ ਅਤੇ ਫਿਰ ਸਾਡੇ ਕੋਲ ਇਹ ਲਾਈਨ ਇੱਥੇ y ਇਕੁਅਲ ਸਕੁਏਅਰ ਰੂਟ 3x ਹੈ ਅਤੇ ਫਿਰ ਸਾਡੇ ਕੋਲ ਲਾਈਨ ਹੈ y ਇਕੁਅਲ 1 y ਇਕੁਅਲ ਸਕੁਏਅਰ ਰੂਟ 3x ਅਤੇ ਫਿਰ ਇਹ ਉਹ ਸਰਕਲ ਹੈ ਜੋ x² + y² ਇਕੁਅਲ 4 ਹੈ। ਹੁਣ ਇਸ ਲਾਈਨ ਦੇ ਉੱਪਰ ਸਰਕਲ ਦੁਆਰਾ ਅਤੇ ਹੇਠਾਂ ਇਸ ਲਾਈਨ ਦੁਆਰਾ ਘਿਰਿਆ ਹੋਇਆ ਹੈ। ਇਸ ਲਈ ਇਹ ਉਹ ਰੀਜਨ ਹੈ ਜਿਸਦਾ ਅਸੀਂ ਹੁਣ ਪੋਲਰ ਕੋਆਰਡੀਨੇਟ ਦੀ ਵਰਤੋਂ ਕਰਦੇ ਹੋਏ ਏਰੀਆ ਲੱਭਣਾ ਚਾਹੁੰਦੇ ਹਾਂ। ਤਾਂ ਇਸ ਸਥਿਤੀ ਵਿੱਚ ਹੁਣ ਸਾਨੂੰ r ਅਤੇ ਥੀਟਾ ਲਈ ਵੀ ਲਿਮਿਟ ਦੇਖਣੀਆਂ ਪੈਣਗੀਆਂ। ਇਸ ਲਈ ਅਸੀਂ ਇਸ ਪੁਆਇੰਟ ਤੋਂ r ਦੀ ਦਿਸ਼ਾ ਵਿੱਚ ਜਾ ਰਹੇ ਹਾਂ ਜਾਂ ਥੀਟਾ ਲਈ ਇਸ ਪੁਆਇੰਟ ਤੋਂ ਅਤੇ ਅਸੀਂ ਉਸ ਪੁਆਇੰਟ ਤੱਕ ਜਾ ਰਹੇ ਹਾਂ। ਇਸ ਲਈ ਸਾਨੂੰ ਇੱਥੇ ਇਸ ਦੀ ਲੋੜ ਹੈ ਅਤੇ ਸਾਨੂੰ ਉਸ ਦੀ ਲੋੜ ਹੈ। ਤਾਂ ਇਹ ਦੋ ਕੋਣਾਂ ਇਸ ਲਈ ਪਹਿਲਾਂ ਸਾਨੂੰ ਇਹਨਾਂ ਪੁਆਇੰਟਸ ਨੂੰ ਕੰਪਿਊਟ ਕਰਨ ਦੀ ਲੋੜ ਹੈ ਜਿੱਥੇ ਇਹ ਲਾਈਨਾਂ ਮਿਲ ਰਹੀਆਂ ਹਨ। ਇਸ ਲਈ ਇਹ y ਇੱਕ ਲਾਈਨ ਦੇ ਇਕੁਅਲ ਹੈ ਅਤੇ ਫਿਰ ਸਾਡੇ ਕੋਲ ਇੱਥੇ ਸਰਕਲ ਹੈ x² + y²। ਇਸ ਲਈ y ਜੇਕਰ ਅਸੀਂ ਇੱਕ x ਰੱਖਦੇ ਹਾਂ ਤਾਂ ਸਾਨੂੰ ਸਕੁਏਅਰ ਰੂਟ ਮਿਲੇਗਾ ਅਤੇ ਇੱਕ ਜੋ ਇੱਥੇ ਪੁਆਇੰਟ ਹੈ ਅਤੇ ਇਸ ਕੇਸ ਵਿੱਚ ਕਿਉਂਕਿ y ਇਕੁਅਲ ਹੈ ਸਕੁਏਅਰ ਰੂਟ 3x ਜੇਕਰ ਅਸੀਂ ਉੱਥੇ ਪਾਉਂਦੇ ਹਾਂ ਅਸੀਂ x ਨੂੰ 1 ਦੇ ਰੂਪ ਵਿੱਚ ਅਤੇ y ਨੂੰ ਸਕੁਏਅਰ ਰੂਟ 3 ਦੇ ਰੂਪ ਵਿੱਚ ਪ੍ਰਾਪਤ ਕਰਾਂਗੇ। ਤਾਂ ਇਸ ਨਾਲ ਹੁਣ ਅਸੀਂ ਆਸਾਨੀ ਨਾਲ ਇਸ ਕੋਣ ਨੂੰ ਕੰਪਿਊਟ ਕਰ ਸਕਦੇ ਹਾਂ ਕਿਉਂਕਿ ਵਰਟੀਕਲ ਡਿਸਟੈਂਸ 1 ਹੈ ਅਤੇ ਇੱਥੇ ਪਹਿਲੇ ਐਂਗਲ ਲਈ ਸਕੁਏਅਰ ਰੂਟ 3 ਹੈ a ਅਤੇ ਇਸ ਲਈ ਇਸ ਐਂਗਲ ਦਾ tan ਥੀਟਾ ਹੋਵੇਗਾ 1/ਸਕੁਏਅਰ ਰੂਟ b ਅਤੇ ਅਸੀਂ ਇਹ ਪ੍ਰਾਪਤ ਕਰ ਸਕਦੇ ਹਾਂ ਕਿ ਥੀਟਾ ਇਹ ਪਾਈ ਬਾਏ 6 ਹੈ ਤਾਂ ਇਹ ਥੀਟਾ ਪਾਈ ਬਾਏ 6 ਹੈ। ਇਸੇ ਤਰ੍ਹਾਂ ਦੂਜੇ ਲਈ tan ਥੀਟਾ ਸਕੁਏਅਰ ਰੂਟ 3 ਹੋਵੇਗਾ ਮਤਲਬ ਇਹ ਥੀਟਾ ਪਾਈ ਬਾਏ 3 ਹੋਵੇਗਾ। ਇਸ ਲਈ ਅਸੀਂ ਪਾਈ ਬਾਏ 6 ਤੋਂ ਪਾਈ ਬਾਏ 3 ਵੱਲ ਵਧ ਰਹੇ ਹਾਂ। ਥੀਟਾ ਅਤੇ r ਲਈ ਅਸੀਂ ਇਸ ਲਾਈਨ ਤੋਂ ਸਰਕਲ ਵੱਲ ਜਾ ਰਹੇ ਹਾਂ ਤਾਂ ਸਰਕਲ ਦਾ ਇਕੁਏਸ਼ਨ r ਇਕੁਅਲ 4 ਹੈ। ਇਸ ਲਈ ਅਸੀਂ ਇਸ r ਇਕੁਅਲ 4 ਤੱਕ ਜਾ ਰਹੇ ਹਾਂ ਅਤੇ ਇਸ ਲਾਈਨ ਤੋਂ ਇਸ ਲਾਈਨ ਦੀ ਇਕੁਏਸ਼ਨ y ਇਕੁਅਲ 1 ਹੈ। ਇਸ ਲਈ ਜੇਕਰ ਅਸੀਂ r ਪਾਉਂਦੇ ਹਾਂ ਸਾਈਨ ਥੀਟਾ 1 ਦੇ ਇਕੁਅਲ ਹੈ ਇੱਥੋਂ ਅਸੀਂ r ਪ੍ਰਾਪਤ ਕਰ ਸਕਦੇ ਹਾਂ ਤਾਂ r ਕੋਸੀਕੈਂਟ ਥੀਟਾ ਹੈ। ਇਸ ਲਈ ਸਾਡੇ ਕੋਲ ਹੁਣ ਕੰਪਿਊਟ ਕਰਨ ਲਈ ਸਭ ਕੁਝ ਤਿਆਰ ਹੈ ਤਾਂ ਜੋ ਇੰਟੀਗਰਲ ਲਿਮਿਟ ਹੋਵੇਗਾ ਥੀਟਾ ਪਾਈ ਬਟਾ 6 ਤੋਂ ਪਾਈ ਬਟਾ 3 ਤੱਕ ਹੋਵੇਗਾ ਅਤੇ r ਲਈ ਅਸੀਂ ਇਸ ਲਾਈਨ ਤੋਂ ਜਾ ਰਹੇ ਹਾਂ। ਇਸ ਥੀਟਾ ਦੇ ਇਸ ਲਾਈਨ ਦੇ ਇਕੁਏਸ਼ਨ ਦੀ ਟਰਮਜ਼ ਕੋਸੇਕ ਥੀਟਾ ਹੋਵੇਗੀ ਅਤੇ ਫਿਰ ਅਸੀਂ r ਇਕੁਅਲ 4
r ਇਕੁਅਲ 2 ਤੱਕ ਜਾ ਰਹੇ ਹਾਂ ਤਾਂ ਰੇਡੀਅਸ 2 ਹੈ ਤਾਂ ਇਹ ਸਰਕਲ ਹੈ r ਇਕੁਅਲ 2, ਇਸ ਲਈ ਇੱਥੇ r ਇਕੁਅਲ 2 ਹੈ ਅਤੇ ਫਿਰ ਹੁਣ ਅਸੀਂ ਏਰੀਆ ਲੱਭ ਰਹੇ ਹਾਂ, ਇਸ ਲਈ ਕੋਈ ਇੰਟੀਗ੍ਰੈਂਡ ਨਹੀਂ ਹੈ ਅਤੇ ਸਾਡੇ ਕੋਲ r ਅਤੇ dr d ਥੀਟਾ ਹੈ, ਇਸ ਲਈ ਸਾਨੂੰ ਸਿਰਫ ਸਧਾਰਨ ਇੰਟੀਗਰਲ ਨੂੰ ਇੰਟੀਗਰੇਟ ਕਰਨਾ ਹੋਵੇਗਾ ਅਤੇ ਇਸ ਮੁਲਾਂਕਣ ਤੋਂ ਬਾਅਦ ਮੈਂ ਇਸ ਹਿੱਸੇ ਨੂੰ ਛੱਡ ਰਿਹਾ ਹਾਂ, ਅਸੀਂ ਪ੍ਰਾਪਤ ਕਰਾਂਗੇ ਪਾਈ ਮਾਈਨਸ ਇਹ ਸਕੁਏਅਰ ਰੂਟ 3/3। ਇਸ ਲਈ ਮਹੱਤਵਪੂਰਨ ਰੀਜਨ ਨੂੰ ਬਣਾਉਣਾ ਅਤੇ ਇੰਟੀਗਰੇਸ਼ਨ ਦੀਆਂ ਲਿਮਿਟਸ ਪਾਉਣਾ ਹੈ। ਹੁਣ ਅਗਲੀ ਪ੍ਰੋਬਲਮ ਵੱਲ ਵਧਦੇ ਹੋਏ ਤੁਸੀਂ ਉੱਪਰ ਪੈਰਾਬੋਲੋਇਡ ਦੁਆਰਾ ਬਾਉਂਡਡ ਹੋਏ ਸੋਲਿਡ ਰੀਜਨ ਦਾ ਵੋਲਿਊਮ ਪਤਾ ਕਰਨਾ ਚਾਹੁੰਦੇ ਹੋ। ਪੈਰਾਬੋਲੋਇਡ ਹੈ z ਬਰਾਬਰ ਹੈ 9 x ਸਕੁਏਅਰ y ਸਕੁਏਅਰ ਅਤੇ ਯੂਨਿਟ ਸਰਕਲ ਦੁਆਰਾ ਹੇਠਾਂ, ਇਸ ਲਈ ਇਸ ਯੂਨਿਟ ਸਰਕਲ ਦੇ ਉੱਪਰ ਅਸੀਂ ਇਸ ਪੈਰਾਬੋਲੋਇਡ ਦੀ ਵੋਲਿਊਮ ਨੂੰ ਵੇਖਣਾ ਚਾਹੁੰਦੇ ਹਾਂ ਤਾਂ ਇੱਥੇ ਸਾਡੇ ਕੋਲ ਯੂਨਿਟ ਸਰਕਲ ਹੈ ਤਾਂ ਸਾਨੂੰ ਹੁਣ ਰੀਜਨ ਪਤਾ ਹੈ ਅਤੇ ਅਸੀਂ ਆਸਾਨੀ ਨਾਲ ਲਿਮਿਟਸ ਬਣਾ ਕਰ ਸਕਦੇ ਹਾਂ ਤਾਂ ਕਿ r1 ਤੋਂ ਸ਼ੁਰੂ ਹੋਵੇਗਾ, ਸਾਡੇ ਕੋਲ ਥੀਟਾ ਦੀਆਂ ਲਿਮਿਟਸ ਲਈ ਯੂਨਿਟ ਸਰਕਲ ਹੈ। ਇਹ 0 ਤੋਂ 2 ਪਾਈ ਤੱਕ ਹੋਵੇਗਾ ਅਤੇ ਸਾਡੇ ਕੋਲ ਇੰਟੀਗ੍ਰੈਂਡ 9 ax ਸਕੁਏਅਰ ਪਲਸ y ਸਕੁਏਅਰ ਹੈ ਜੋ ਪੋਲਰ ਕੋਆਰਡੀਨੇਟ ਵਿੱਚ r ਸਕੁਏਅਰ ਬਣ ਜਾਵੇਗਾ। ਅਤੇ ਫਿਰ ਸਾਡੇ ਕੋਲ r dr ਅਤੇ d ਥੀਟਾ ਹੈ ਤਾਂ ਜੋ ਇੱਥੇ ਇੱਕ ਇੰਟੀਗ੍ਰੈਂਡ ਹੈ ਅਤੇ ਫਿਰ ਇਹ r dr d ਥੀਟਾ ਹੈ ਤਾਂ ਇਹ x r ਸਕੁਏਅਰ ਪਲਸ y ਸਕੁਏਅਰ ਪੋਲਰ ਕੋਆਰਡੀਨੇਟ ਵਿੱਚ ਜੋ r ਸਕੁਏਅਰ ਬਣ ਜਾਂਦਾ ਹੈ, ਇਸ ਲਈ ਸਾਨੂੰ ਇਹ 9 r ਸਕੁਏਅਰ ਅਤੇ r dr d ਥੀਟਾ ਮਿਲਦਾ ਹੈ, ਜਿਸ ਦਾ ਦੁਬਾਰਾ ਮੁਲਾਂਕਣ ਕਰਨਾ ਬਹੁਤ ਸੌਖਾ ਹੈ ਅਤੇ ਇਹ 17/2 into ਪਾਈ ਆਵੇਗਾ। ਇਹਨਾਂ ਲਿਮਿਟਸ ਦੇ ਲਈ ਇਸ ਇੰਟੀਗਰਲ ਦਾ ਮੁਲਾਂਕਣ ਠੀਕ ਹੈ। ਆਖਰੀ ਉਦਾਹਰਣ ਇੱਕ ਹੋਰ ਮਹੱਤਵਪੂਰਨ ਉਦਾਹਰਣ ਜਿਸਦਾ ਅਸੀਂ ਪੋਲਰ ਕੋਆਰਡੀਨੇਟ ਦੀ ਮਦਦ ਨਾਲ 0 ਤੋਂ ਇਨਫਿਨਿਟੀ ਤੱਕ ਮੁਲਾਂਕਣ ਕਰ ਸਕਦੇ ਹਾਂ ਅਤੇ ਫਿਰ ਸਾਡੇ ਕੋਲ ਹੈ, ਇਸ ਦਾ ਮਤਲਬ ਹੈ ਕਿ ਅਸੀਂ ਇਸ ਬਾਰੇ ਗੱਲ ਕਰ ਰਹੇ ਹਾਂ ਇੱਥੇ ਪਹਿਲੇ ਕੁਆਡਰੈਂਟ ਦੇ ਉੱਪਰ ਇਹ ਸਾਰਾ ਇਨਫਿਨਿਟੀ ਤੱਕ ਅਤੇ ਫਿਰ ਪਾਵਰ x ਸਕੁਏਅਰ ਪਲਸ y ਸਕੁਏਅਰ dx dy। ਇਸ ਲਈ ਇਸ ਰੀਜਨ ਲਈ ਹੁਣ r ਅਤੇ ਥੀਟਾ ਦੇ ਟਰਮਜ਼ ਵਿੱਚ, ਇਸ ਲਈ ਥੀਟਾ 0 ਤੋਂ π/2 ਤੱਕ ਬਦਲਦਾ ਹੈ ਅਤੇ r 0 ਤੋਂ ਇਨਫਿਨਿਟੀ ਤੱਕ ਬਦਲਦਾ ਹੈ ਅਤੇ ਪਾਵਰ ax ਸਕੁਏਅਰ ਪਲਸ y ਸਕੁਏਅਰ r ਸਕੁਏਅਰ ਬਣ ਜਾਵੇਗਾ ਅਤੇ ਫਿਰ dr d ਥੀਟਾ ਇਸ ਤਰ੍ਹਾਂ ਹੈ ਜੋ ਅਸੀਂ ਪਹਿਲਾਂ ਵੀ ਕੀਤਾ ਹੈ। ਸਮਾਨ ਉਦਾਹਰਣ ਹੋਵੇਗੀ 1 ਹੋਵੇਗਾ ਬਟਾ 2 ਪਾਵਰ r ਸਕੁਏਅਰ -1/2 ਪਾਵਰ r ਸਕੁਏਅਰ ਅਤੇ ਫਿਰ ਸਾਡੇ ਕੋਲ 0 ਤੋਂ ਇਨਫਿਨਿਟੀ ਹੈ ਅਤੇ ਇਹ d ਥੀਟਾ ਤਾਂ -1/2 ਅਤੇ ਇਹ ਪਾਵਰ ਇਨਫਿਨਿਟੀ ਜਦੋਂ r ਇਨਫਿਨਿਟੀ ਨੂੰ ਅਪਰੋਚ ਕਰਦਾ ਹੈ ਤਾਂ ਇਹ 0 ਪਾਵਰ 1 ਹੋਵੇਗਾ, ਇਸ ਲਈ ਅਸੀਂ ਇੱਥੇ 1 ਪ੍ਰਾਪਤ ਕਰਦੇ ਹਾਂ ਅਤੇ ਫਿਰ ਇਹ ਥੀਟਾ 0 ਤੋਂ π/2 ਇੰਟੀਗਰਲ ਦੇਵੇਗਾ π/2, ਇਸ ਲਈ ਸਾਡੇ ਕੋਲ ਹੈ π/4। ਇਸ ਲਈ ਇਸ ਇੰਟੀਗਰਲ 0 ਤੋਂ ਇਨਫਿਨਿਟੀ ਅਤੇ 0 ਤੋਂ ਇਨਫਿਨਿਟੀ ਦੀ ਵੈਲਿਊ π/4 ਹੈ, ਜੋ ਕਿ ਬਹੁਤ ਹੀ ਸਰਲ ਹੁੰਦਾ ਹੈ ਜਦੋਂ ਅਸੀਂ ਪੋਲਰ ਕੋਆਰਡੀਨੇਟ ਦੀ ਵਰਤੋਂ ਕਰਦੇ ਹਾਂ, ਪਰ ਇਹ ਬਹੁਤ ਮੁਸ਼ਕਲ ਹੁੰਦਾ ਹੈ ਜੇਕਰ ਅਸੀਂ ਕਾਰਟੀਜ਼ੀਅਨ ਕੋਆਰਡੀਨੇਟਸ ਤੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਉਪਰੋਕਤ ਉਦਾਹਰਣ ਤੇ ਆਧਾਰਿਤ ਨਹੀਂ ਹੈ ਜੇਕਰ ਤੁਸੀਂ ਇਸ i ਨੂੰ ਇੱਥੇ 0 ਤੋਂ ਇਨਫਿਨਿਟੀ ਕੰਸੀਡਰ ਕਰਦੇ ਹੋ ਪਾਵਰ x ਸਕੁਏਅਰ dx, ਜੋ ਕਿ ਇੱਕ ਹੋਰ ਇੰਟੀਗਰਲ ਦੇ ਇਕੁਅਲ ਹੈ। ਮੈਂ y ਦੀਆਂ ਟਰਮਜ਼ ਕੰਸੀਡਰ ਕਰ ਰਿਹਾ ਹਾਂ, ਇਸ ਲਈ ਹੁਣੇ ਇੰਟੀਗਰਲ ਵੇਰੀਏਬਲ ਦਾ ਨਾਮ y ਵਿੱਚ ਬਦਲਦਾ ਹੈ, ਪਰ ਕੋਈ ਫਰਕ ਨਹੀਂ ਪੈਂਦਾ, ਵੈਲਿਊ ਉਹੀ ਹੋਵੇਗੀ ਅਤੇ ਅਸੀਂ ਇਹਨਾਂ ਦੋ ਇੰਟੀਗਰਲ ਦਾ ਪ੍ਰੋਡਕਟ ਕੰਸੀਡਰ ਕਰਦੇ ਹਾਂ ਜਿਸ ਦਾ ਅਰਥ ਹੈ 0 ਤੋਂ ਇਨਫਿਨਿਟੀ x ਸਕੁਏਅਰ 0 ਤੋਂ ਇਨਫਿਨਿਟੀ ਇਹ y ਸਕੁਏਅਰ dy ਹੈ ਅਤੇ ਇਸ ਨੂੰ ਅਸੀਂ ਡਬਲ ਇੰਟੀਗਰਲ ਪਾਵਰ x ਸਕੁਏਅਰ ਅਤੇ ਪਲਸ y ਸਕੁਏਅਰ dx dy ਵਜੋਂ ਵੀ ਲਿਖ ਸਕਦੇ ਹਾਂ। ਅਤੇ ਅਸੀਂ ਜਾਣਦੇ ਹਾਂ ਕਿ ਇਸ ਇੰਟੀਗਰਲ ਦੀ ਵੈਲਿਊ ਦੀ ਹੁਣੇ ਪਹਿਲਾਂ ਗਣਨਾ ਕੀਤੀ ਗਈ ਹੈ, ਇਹ 4/π ਹੈ ਅਤੇ ਇਹ i ਸਕੁਏਅਰ π/4 ਹੈ, ਇਸ ਲਈ ਅਸੀਂ ਇਸ ਇੰਟੀਗਰਲ ਦੀ ਵੈਲਿਊ i ਪ੍ਰਾਪਤ ਕਰ ਸਕਦੇ ਹਾਂ ਜਿਸ ਦੀ ਅਸੀਂ ਕਈ ਵਾਰ ਵਰਤੋਂ ਕੀਤੀ ਹੈ ਅਤੇ ਅੱਗੇ ਵੀ ਕਰਾਂਗੇ। ਇਹ ਵੈਲਿਊ ਹੈ 0 ਤੋਂ ਇਨਫਿਨਿਟੀ ਪਾਵਰ x ਸਕੁਏਅਰ dx, ਵੈਲਿਊ ਹੈ ਸਕੁਏਅਰ ਰੂਟ π/2 ਜਾਂ ਜਦੋਂ ਅਸੀਂ ਇਨਫਿਨਿਟੀ ਤੋਂ ਪਲਸ ਇਨਫਿਨਿਟੀ ਤੱਕ ਵੈਲਿਊ ਲੈਂਦੇ ਹਾਂ ਤਾਂ ਇੱਥੇ ਵੈਲਿਊ ਸਕੁਏਅਰ ਰੂਟ π ਬਣ ਜਾਂਦੀ ਹੈ ਤਾਂ ਜੋ ਇਹ ਇੱਕ ਹੋਰ ਮਹੱਤਵਪੂਰਨ
ਇੰਟੀਗਰਲ ਹੈ ਜੋ ਡਬਲ ਇੰਟੀਗਰਲ ਦੀ ਮਦਦ ਨਾਲ ਅਤੇ ਖਾਸ ਤੌਰ ਤੇ ਡਬਲ ਇੰਟੀਗਰਲ ਦੀ ਪੋਲਰ ਫਾਰਮ ਦੀ ਮਦਦ ਨਾਲ ਅਸੀਂ 0 ਤੋਂ ਇਨਫਿਨਿਟੀ ਪਾਵਰ x ਸਕੁਏਅਰ dx ਨੂੰ ਕੰਪਿਊਟ ਕਰ ਸਕਦੇ ਹਾਂ। ਬਹੁਤ ਹੀ ਸਧਾਰਨ ਰੂਪ ਵਿੱਚ ਇਸ ਲਈ ਇਹ ਕਨਕਲੂਜਨ ਕਿ ਪੋਲਰ ਫਾਰਮ ਵਿੱਚ ਇਹ ਡਬਲ ਇੰਟੀਗਰਲ ਬਹੁਤ ਮਹੱਤਵਪੂਰਨ ਹਨ ਅਤੇ ਮੁੱਖ ਤੌਰ ਤੇ ਕੁਝ ਇੰਟੀਗਰਲ ਜਿਵੇਂ ਕਿ ਅਸੀਂ ਪਹਿਲਾਂ ਵੇਖਿਆ ਹੈ ਬਹੁਤ ਆਸਾਨ ਹੋ ਜਾਂਦੇ ਹਨ ਜਾਂ ਅਸੀਂ ਪੋਲਰ ਕੋਆਰਡੀਨੇਟ ਵਿੱਚ ਬਦਲ ਕੇ ਆਸਾਨੀ ਨਾਲ ਮੁਲਾਂਕਣ ਕਰ ਸਕਦੇ ਹਾਂ, ਅਤੇ ਜੋ ਇੰਟੀਗਰਲ ਇੰਟੀਗ੍ਰੈਂਡਸ ਅਤੇ ਡੋਮੇਨ ਦੇ ਆਧਾਰ ਤੇ ਹਨ ਅਸੀਂ ਆਸਾਨੀ ਨਾਲ ਫੈਸਲਾ ਕਰ ਸਕਦੇ ਹਾਂ ਕਿ ਕਿਹੜਾ ਫਾਰਮ ਬਿਹਤਰ ਹੈ ਕਿ ਕਾਰਟੀਜ਼ੀਅਨ ਜਾਂ ਪੋਲਰ ਫਾਰਮ ਅਸੀਂ ਕੁਝ ਉਦਾਹਰਣਾਂ ਰਾਹੀਂ ਵੇਖਿਆ ਇਹ ਰੈਫਰੈਂਸ ਹਨ ਜੋ ਲੈਕਚਰ ਨੂੰ ਤਿਆਰ ਕਰਨ ਲਈ ਵਰਤੇ ਹਨ। ਧੰਨਵਾਦ।